ਮੈਂ ਜੇ ਪੰਜਾਬੀਆਂ ਦੀ ਗੱਲ ਕਰਾਂ, ਆਪਣੀ ਪੰਜਾਬੀ ਕਮਿਊਨਿਟੀ ਦੀ ਗੱਲ ਕਰਾਂ ਤੇ ਮੈਂ ਮੰਨਦਾ ਕਿ ਗਾਂਧੀ ਦੇ ਵਿਰੁੱਧ, ਮਹਾਤਮਾ ਗਾਂਧੀ ਦੇ ਵਿਰੁੱਧ ਆਪਾਂ ਥੋੜ੍ਹੀ ਜਿਹੀ ਖੁੰਦਕ, ਥੋੜ੍ਹੀ ਜਿਹੀ ਗਰਜ ਰੱਖਦੇ ਹਾਂ। ਕਿਸੇ ਨਾਲ ਵੀ ਮੈਂ ਗੱਲ ਕਰਾਂ ਕਿ ਕੀ ਸੋਚਦੇ ਹੋ ਤੁਸੀਂ ਗਾਂਧੀ ਬਾਰੇ, ਤਾਂ ਮੈਂ ਅਬਜ਼ਰਵ ਕੀਤਾ ਕਿ ਕਦੀ ਵੀ ਕੁਛ ਜ਼ਿਆਦਾ ਪੋਜ਼ੀਟਿਵ ਕਨਵਰਸੇਸ਼ਨ 'ਚੋਂ ਜਾਂ ਗੱਲਬਾਤ 'ਚੋਂ ਨਹੀਂ ਮਿਲਦਾ। ਹਮੇਸ਼ਾ ਨੈਗੇਟਿਵ ਪੁਆਇੰਟਸ ਜ਼ਿਆਦਾ ਮਿਲਦੇ ਨੇ। ਅਤੇ ਮੈਂ ਜੇ ਵਾਪਸ ਪੁੱਛਾਂ ਵੀ, ਕਿਉਂਕਿ ਆਪਣੇ ਪੰਜਾਬੀਆਂ ਦੇ ਵਿੱਚ ਆਪਾਂ ਹਾਮੀ ਭਰ ਦਿੰਦੇ ਹਾਂ ਹਰੇਕ ਚੀਜ਼ ਨੂੰ। ਜੇ ਕੋਈ ਪਸੰਦ ਨਹੀਂ ਕਰਦਾ ਕਿਸੇ ਨੂੰ, ਆਪਾਂ ਕਹਿੰਦੇ ਓਕੇ ਠੀਕ ਹੈ, ਬਟ ਆਪਾਂ ਜ਼ਿਆਦਾ ਕੁਸ਼ਚਨ ਨਹੀਂ ਪੁੱਛਦੇ। ਜੇ ਮੈਂ ਕਿਸੇ ਨੂੰ ਪੁੱਛਾਂ ਕਿ ਗਾਂਧੀ ਨੂੰ ਤੂੰ ਕਿਉਂ ਨਹੀਂ ਪਸੰਦ ਕਰਦਾ ਜਾਂ ਤੁਸੀਂ ਕਿਉਂ ਨਹੀਂ ਪਸੰਦ ਕਰਦੇ, ਕੋਈ ਖਾਸ ਰੀਜ਼ਨ ਉਹਨਾਂ ਕੋਲ ਹੁੰਦਾ ਨਹੀਂ ਕਿ ਕਿਉਂ ਨਹੀਂ ਗਾਂਧੀ ਨੂੰ ਆਪਾਂ ਐਪਰੀਸ਼ੀਏਟ ਕਰਦੇ। ਕੁਛ ਲੋਕ ਕਹਿੰਦੇ ਨੇ ਕਿ ਉਹਨੇ ਲੋਕ ਬੜੇ ਮਰਵਾਏ ਸ਼ਾਂਤੀ ਦੇ ਰਾਹ 'ਤੇ ਚੱਲ ਕੇ, ਫਿਰ ਉਹ ਭਗਤ ਸਿੰਘ ਨੂੰ ਫਾਂਸੀ ਤੋਂ ਬਚਾ ਸਕਦਾ ਸੀ। ਅਤੇ ਮੇਰਾ ਫੇਵਰੇਟ ਜੋ ਲੋਕ ਕਹਿੰਦੇ ਨੇ ਕਿ ਨੋਟਾਂ 'ਤੇ ਭਗਤ ਸਿੰਘ ਹੋਣਾ ਚਾਹੀਦਾ ਸੀ, ਨਾ ਕਿ ਗਾਂਧੀ। ਚਲੋ, ਗਾਂਧੀ ਦਾ ਨੋਟ 'ਤੇ ਹੋਣਾ ਅਤੇ ਤੁਹਾਡਾ ਗਾਂਧੀ ਨੂੰ ਨਾ ਪਸੰਦ ਕਰਨਾ, ਇਹ ਦੋਨੇ ਅਲੱਗ-ਅਲੱਗ ਇਸ਼ੂ ਨੇ। ਅਤੇ ਮੈਂ ਸੋਚਿਆ ਕਿਉਂ ਨਾ ਇੱਥੇ ਹੀ ਇੱਕ ਐਪੀਸੋਡ ਕਰਾਂ, ਸਮਝਣ ਦੀ ਕੋਸ਼ਿਸ਼ ਕਰੀਏ ਗਾਂਧੀ ਨੋਟਾਂ 'ਤੇ ਕਿਉਂ ਹੈ ਅਤੇ ਭਗਤ ਸਿੰਘ ਨੋਟਾਂ 'ਤੇ ਕਿਉਂ ਨਹੀਂ। ਉਹ 'ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਮਹਾਤਮਾ ਗਾਂਧੀ ਦੀ ਸ਼ੁਰੂਆਤ ਅਫਰੀਕਾ ਦੇ ਵਿੱਚ ਹੋਈ, ਜਦੋਂ ਉਹ ਇੱਕ ਵਾਰੀ ਟ੍ਰੇਨ 'ਚ ਸਫ਼ਰ ਕਰ ਰਹੇ ਸੀ। ਤੁਸੀਂ ਸਾਰਿਆਂ ਨੇ ਸਟੋਰੀ ਸੁਣੀ ਹੋਏਗੀ ਕਿ ਟ੍ਰੇਨ ਦੇ ਫਸਟ ਕਲਾਸ ਬਕਸੇ 'ਚ ਉਹ ਬੈਠੇ ਸੀ ਅਤੇ ਕਿਸੇ ਨੂੰ ਵਿਤਕਰਾ ਹੋਇਆ, ਕਿਸੇ ਗੋਰੇ ਬੰਦੇ ਨੂੰ, ਕਿ ਇੱਕ ਕਾਲੇ ਰੰਗ ਦਾ ਵਿਅਕਤੀ ਜਾਂ ਭੂਰੇ ਰੰਗ ਦਾ ਵਿਅਕਤੀ ਫਸਟ ਕਲਾਸ 'ਚ ਕਿਉਂ ਬੈਠਾ, ਇਹਨੂੰ ਕੱਢ ਦਿੱਤਾ ਜਾਵੇ। ਭਾਵੇਂ ਉਹਨਾਂ ਕੋਲ ਫਸਟ ਕਲਾਸ ਦੀ ਟਿਕਟ ਸੀ, ਮਹਾਤਮਾ ਗਾਂਧੀ ਕੋਲ, ਬਟ ਫਿਰ ਵੀ ਟ੍ਰੇਨ 'ਚੋਂ ਉਤਾਰ ਦਿੱਤਾ ਗਿਆ। ਅਤੇ ਪ੍ਰੋਫੈਸ਼ਨ ਵਜੋਂ ਉਹ ਲਾਇਰ ਸੀ ਅਤੇ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਅਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਮੈਨੂੰ ਇਹਦੇ ਖਿਲਾਫ ਲੜਨਾ ਚਾਹੀਦਾ, ਅਤੇ ਉਹਨਾਂ ਨੇ ਆਪਣਾ ਸੱਤਿਆਗ੍ਰਹਿ ਸ਼ੁਰੂ ਕੀਤਾ। ਉਸ ਟਾਈਮ ਇੱਕ ਐਕਟ ਸੀ ਸਾਊਥ ਅਫਰੀਕਾ ਦੇ ਵਿੱਚ, ਬਲੈਕ ਐਕਟ। ਇਹਦਾ ਮਤਲਬ ਸੀ ਕਿ ਕੋਈ ਵੀ ਵਿਅਕਤੀ ਜੋ ਗੋਰਾ ਨਹੀਂ ਹੈ, ਜਿਹਦੀ ਸਕਿਨ ਦਾ ਰੰਗ ਕਾਲਾ ਹੈ ਜਾਂ ਭੂਰਾ ਹੈ, ਉਹਦੇ ਕੋਲ ਆਪਣਾ ਸ਼ਨਾਖਤੀ ਕਾਰਡ ਜਾਂ ਆਪਣਾ ਆਈਡੈਂਟੀਫਿਕੇਸ਼ਨ ਕਾਰਡ ਹਮੇਸ਼ਾ ਕੋਲ ਰਹਿਣਾ ਚਾਹੀਦਾ, ਕਿਉਂਕਿ ਉਹਨਾਂ ਦੀ ਚੈਕਿੰਗ ਕਿਸੇ ਵੀ ਟਾਈਮ ਹੋ ਸਕਦੀ ਹੈ। ਅਤੇ ਇਹਦੇ ਵਿਰੁੱਧ ਗਾਂਧੀ ਲੜੇ ਅਤੇ ਲਗਭਗ 7 ਜਾਂ 8 ਸਾਲ ਬਾਅਦ ਇਹ ਜੋ ਬਲੈਕ ਐਕਟ ਸੀ ਉਹਨੂੰ ਖ਼ਤਮ ਕੀਤਾ। ਇੱਕ ਗੋਰਿਆਂ ਦੇ ਦੇਸ਼ ਵਿੱਚ ਭੂਰੇ ਬੰਦੇ ਦਾ ਜਿੱਤਣਾ ਇਹ ਬੜੀ ਵੱਡੀ ਜਿੱਤ ਸੀ। ਉੱਥੋਂ ਦੇ ਲਗਭਗ 75,000 ਜੋ ਇੰਡੀਅਨ ਸੀ, ਉਹਨਾਂ ਨੂੰ ਉਹਨਾਂ ਦੇ ਰਾਈਟਸ ਦਿਵਾਉਣਾ, ਇਹ ਇੱਕ ਬੜੀ ਵੱਡੀ ਜਿੱਤ ਸੀ। ਇਹ ਉਹਨਾਂ ਦੀ ਸਟੋਰੀ, ਜਿੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਸਾਊਥ ਅਫਰੀਕਾ ਦੇ ਵਿੱਚ। ਫਿਰ ਸਾਊਥ ਅਫਰੀਕਾ ਤੋਂ ਬਾਅਦ ਉਹ ਇੰਡੀਆ ਪਹੁੰਚੇ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ। ਅਤੇ ਇੰਡੀਆ ਪਹੁੰਚ ਕੇ ਜੋ ਪਹਿਲੀ ਚੀਜ਼ ਉਹਨਾਂ ਨੇ ਕੀਤੀ, ਆਪਣੀ ਜੋ ਵੇਸ਼ ਭੂਸ਼ਾ ਸੀ, ਆਪਣੀ ਜੋ ਅਟਾਇਰ ਸੀ, ਉਹ ਚੇਂਜ ਕੀਤਾ। ਉਹਨਾਂ ਦਾ ਜੋ ਨੋਰਮਲ ਕੱਪੜੇ ਪਾਉਣ ਦਾ ਤਰੀਕਾ ਸੀ, ਉਹ ਸੀ ਕੋਟ ਪੈਂਟ ਅਤੇ ਟੋਪੀ। ਬਟ ਜਦੋਂ ਉਹਨਾਂ ਨੇ ਕਾਸਟ ਸਿਸਟਮ ਦੇਖਿਆ ਤਾਂ ਉਹਨਾਂ ਨੇ ਜੋ ਸਭ ਤੋਂ ਲੋਅਰ ਕਲਾਸ ਸੀ, ਸਭ ਤੋਂ ਲੋਅਰ ਕਾਸਟ ਸੀ, ਉਹਦੇ ਕੱਪੜੇ ਚੂਜ਼ ਕੀਤੇ ਐਜ਼ ਅ ਸਿੰਬਲ। ਖਾਦੀ ਪਾਉਣਾ ਉਹਨਾਂ ਨੇ ਸ਼ੁਰੂ ਕੀਤਾ ਕਿ ਜਿਹੜੇ ਲੋਕਾਂ ਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ, ਮੈਨੂੰ ਉਹਨਾਂ ਵਾਂਗ ਰਹਿਣਾ ਵੀ ਚਾਹੀਦਾ। ਅਤੇ ਮੈਂ ਮੰਨਦਾ ਕਿ ਇਹ ਸਟੈਪ ਇੱਕ ਬਹੁਤ ਸੋਹਣਾ ਸਿੰਬਲ ਸੀ ਮਹਾਤਮਾ ਗਾਂਧੀ ਵੱਲੋਂ। ਅਤੇ ਫਿਰ ਅਗਲਾ ਸਟੈਪ ਸੀ, ਉਹਨਾਂ ਨੇ ਚਰਖੇ ਨੂੰ ਬੜਾ ਫੇਮਸ ਕੀਤਾ। ਅਤੇ ਲੋਕ ਕਦੀ ਕਦੀ ਮਜ਼ਾਕ ਵੀ ਉਡਾਉਂਦੇ ਨੇ ਉਹਨਾਂ ਦਾ ਕਿ ਯਾਰ ਚਰਖੇ ਨਾਲ ਕਹਿੰਦੇ ਨੇ ਲੋਕ ਆਜ਼ਾਦੀ ਮਿਲੀ। ਆਸ਼ਰਮ 'ਚ ਬਹਿ ਕੇ ਚਰਖਾ ਚਲਾਉਣ ਨਾਲ ਆਜ਼ਾਦੀ ਨਹੀਂ ਮਿਲਦੀ, ਆਜ਼ਾਦੀ ਲਈ ਲੜਨਾ ਪੈਂਦਾ। ਅਤੇ ਮੈਂ ਹਮੇਸ਼ਾ ਜਵਾਬ ਦਿੰਦਾ ਕਿ ਹਰੇਕ ਚੀਜ਼ ਦਾ ਆਨਸਰ ਸਿਰਫ ਕਿਸੇ ਨੂੰ ਮਾਰਨਾ ਹੀ ਨਹੀਂ ਹੁੰਦਾ। ਕਦੀ ਕਦੀ ਤੁਹਾਨੂੰ ਆਪਣੇ ਪਰਸਨਲ ਗਿਲਿਆਂ ਤੋਂ ਥੋੜ੍ਹਾ ਹਟ ਕੇ ਦੇਖਣਾ ਪੈਂਦਾ। ਅਤੇ ਚਰਖਾ ਚਲਾਉਣ ਦਾ ਸਿੰਬਲ ਜਾਂ ਮੈਸੇਜ ਇਹ ਸੀ, ਉਹਨਾਂ ਨੇ ਇੱਕ ਮੂਵਮੈਂਟ ਸ਼ੁਰੂ ਕੀਤੀ ਕਿ ਤੁਸੀਂ ਇੰਡੀਅਨਸ ਨੇ ਸੈਲਫ ਸਫੀਸ਼ੀਐਂਟ ਹੋਣਾ, ਆਪਣੇ ਕੱਪੜੇ ਆਪ ਬਣਾਉਣੇ ਨੇ ਚਰਖਾ ਚਲਾ ਕੇ। ਅਤੇ ਇਹ ਇੱਕ ਫਾਈਨੈਂਸ਼ੀਅਲ ਅਟੈਕ ਸੀ ਬ੍ਰਿਟਿਸ਼ ਰਾਜ ਦੇ ਉੱਤੇ। ਫਿਰ ਕੁਛ ਹੋਰ ਲਾਅ ਵੀ ਸੀ ਇੰਡੀਆ ਦੇ ਵਿੱਚ। ਇੱਕ ਲਾਅ ਸੀ ਕਿ ਇੰਡੀਅਨ ਬੰਦਾ ਨਮਕ ਨਹੀਂ ਬਣਾ ਸਕਦਾ। ਮੋਨੋਪਲੀ ਸੀ ਬ੍ਰਿਟਿਸ਼ ਜਾਂ ਗੋਰਿਆਂ ਦੀ ਨਮਕ ਦੇ ਉੱਤੇ। ਅਤੇ ਫਿਰ ਇਹ ਰੂਲ ਉਹਨਾਂ ਨੇ ਤੋੜਿਆ ਬਾਈ ਡੂਇੰਗ ਡਾਂਡੀ ਯਾਤਰਾ। ਉਹਨਾਂ ਨੇ ਸਮੁੰਦਰ ਜਾ ਕੇ ਆਪਣਾ ਨਮਕ ਆਪ ਬਣਾਇਆ। ਅਤੇ ਇਹ ਯਾਤਰਾ ਤੋਂ ਬਾਅਦ ਲਗਭਗ 50,000 ਲੋਕ ਜੇਲ੍ਹਾਂ ਦੇ ਵਿੱਚ ਗਏ ਅਤੇ ਉਹਨਾਂ ਨੇ ਜੇਲ੍ਹ ਭਰੋ ਅਭਿਆਨ ਵੀ ਸ਼ੁਰੂ ਕੀਤਾ। ਉਹਨਾਂ ਦੀ ਆਈਡੀਓਲੋਜੀ ਹਮੇਸ਼ਾ ਰਹੀ ਕਿ ਵਾਇਲੈਂਸ ਨਾਲ ਤੁਸੀਂ ਕੁਛ ਵੀ ਹਾਸਲ ਨਹੀਂ ਕਰ ਸਕਦੇ। ਅਤੇ ਮੈਂ ਮੰਨਦਾ ਕਿ ਉਹ ਹਮੇਸ਼ਾ
ਆਪਣੇ ਟਾਈਮ ਤੋਂ 4-5 ਸਾਲ ਅੱਗੇ ਦਾ ਸੋਚਦੇ ਸੀ, ਉਹਨਾਂ ਦੇ ਡਿਸੀਜਨ ਦਾ ਅੱਗੇ ਫਿਊਚਰ ਦੇ ਵਿੱਚ ਕੀ ਇੰਪੈਕਟ ਪਏਗਾ। ਹੁਣ ਜੇ ਆਪਾਂ ਦਿੱਲੀ ਪ੍ਰੋਟੈਸਟ ਦੀ ਗੱਲ ਕਰੀਏ, ਫਾਰਮਿੰਗ ਪ੍ਰੋਟੈਸਟ ਦੀ ਗੱਲ ਕਰੀਏ, ਤੇ ਆਪਾਂ ਗਾਂਧੀ ਦੇ ਤਰੀਕੇ ਨਾਲ ਹੀ ਚੱਲ ਰਹੇ ਹਾਂ। ਆਪਾਂ 26 ਜਨਵਰੀ 'ਚ ਥੋੜ੍ਹਾ ਉਹ ਤੋਂ ਹਟਣ ਦੀ ਕੋਸ਼ਿਸ਼ ਕੀਤੀ ਤੇ ਸਾਰਿਆਂ ਨੇ ਉਹਦਾ ਰਿਜ਼ਲਟ ਦੇਖਿਆ। ਉਹਨਾਂ ਦਾ ਇੱਕ ਫੇਮਸ ਕੋਟ ਸੀ ਕਿ ਜੇ ਤੁਹਾਡੇ ਮੂੰਹ 'ਤੇ ਕੋਈ ਥੱਪੜ ਮਾਰਦਾ ਹੈ ਤੇ ਤੁਸੀਂ ਦੂਜੀ ਗੱਲ ਵੀ ਆਪਣੀ ਅੱਗੇ ਕਰੋ। ਤੇ ਲੋਕ ਕਹਿੰਦੇ ਨੇ ਕਿੰਨਾ ਸਟੂਪਿਡ ਕੋਟ ਹੈ, ਪਰ ਮੈਂ ਮੰਨਦਾ ਕਿ ਉਹਨਾਂ ਨੇ ਬ੍ਰਿਟਿਸ਼ ਰਾਜ ਨੂੰ ਰੀਅਲਾਈਜ਼ ਕਰਵਾਇਆ ਕਿ ਉਹ ਕੀ ਕਰ ਰਹੇ ਨੇ ਇੰਡੀਅਨਸ ਦੇ ਵਿਰੁੱਧ। ਜਦੋਂ ਵਾਰ-ਵਾਰ ਕੋਈ ਤਸੀਹੇ ਦਿੰਦਾ, ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ 'ਚ ਕਦੇ ਨਾ ਕਦੇ ਤੇ ਆਏਗਾ ਕਿ ਯਾਰ ਦ ਫੱਕ ਵੀ ਆਰ ਡੂਇੰਗ, ਅਸੀਂ ਇੰਨਾ ਜ਼ੁਲਮ ਇਹ ਲੋਕਾਂ 'ਤੇ ਕਰ ਰਹੇ ਹਾਂ। ਅਤੇ ਆਈ ਥਿੰਕ ਇਹੀ ਗਾਂਧੀ ਦੀ ਸੋਚ ਸੀ। ਹੁਣ ਜੇ ਅਮਰੀਕਾ ਦੀ ਮੈਂ ਐਗਜ਼ਾਮਪਲ ਦੇਵਾਂ, ਇਸ ਟਾਈਮ ਅਮਰੀਕਾ ਲਗਭਗ ਕਿੰਨੇ ਦੇਸ਼ਾਂ ਦੇ ਵਿੱਚ ਜੰਗ ਛੇੜੀ ਬੈਠਾ, ਜਿੱਦਾਂ ਅਫਗਾਨਿਸਤਾਨ, ਅਤੇ ਅਮਰੀਕਾ ਕੋਲ ਹਮੇਸ਼ਾ ਐਕਸਕਿਊਜ਼ ਹੁੰਦਾ ਕਿਉਂਕਿ ਉਹ ਜਿਹੜੇ ਦੇਸ਼ ਨੇ ਜਿਨ੍ਹਾਂ ਦੇਸ਼ਾਂ ਵਿੱਚ ਅਮਰੀਕਾ ਪਹੁੰਚਿਆ ਹੋਇਆ ਉਹ ਫਾਈਟ ਬੈਕ ਕਰਦੇ ਨੇ, ਅਤੇ ਅਮਰੀਕਾ ਐਕਸਕਿਊਜ਼ ਲਾ ਕੇ ਚੱਲਦਾ ਕਿ ਇਹ ਅੱਤਵਾਦੀ ਨੇ, ਦੇ ਆਰ ਫਾਈਟਿੰਗ ਬੈਕ, ਅਤੇ ਸਾਨੂੰ ਉੱਥੇ ਰਹਿਣਾ ਪਏਗਾ, ਉਹਨਾਂ ਦੇ ਦੇਸ਼ ਵਿੱਚ ਰਹਿਣਾ ਪਏਗਾ। ਅਤੇ ਇਹੀ ਜੇ ਅੱਗਿਓਂ ਕੋਈ ਰਜਿਸਟ ਨਾ ਕਰਦਾ, ਪੀਸਫੁਲ ਤਰੀਕੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਸ਼ਾਇਦ ਅਮਰੀਕਾ ਇੰਨੀਆਂ ਫਾਈਟਾਂ ਨਾ ਸਹੇੜ ਕੇ ਬੈਠਾ ਹੁੰਦਾ। ਚਲੋ ਇੱਕ ਓਪੀਨੀਅਨ ਹੈ ਮੇਰੀ, ਇਹ ਪਰਸਪੈਕਟਿਵ ਹੈ। ਅਤੇ ਹੁਣ ਜੇ ਮੈਂ ਭਗਤ ਸਿੰਘ ਦੀ ਗੱਲ ਕਰਾਂ, 1931 ਦੇ ਵਿੱਚ 23 ਵਰ੍ਹਿਆਂ ਦਾ ਇਹ ਨੌਜਵਾਨ ਫਾਂਸੀ 'ਤੇ ਚੜ੍ਹਿਆ, 23 ਵਰ੍ਹਿਆਂ ਦਾ। ਤਾਂ ਸੋਚੋ ਕਿੰਨਾ ਪਹਿਲੋਂ ਉਹਨੇ ਆਪਣਾ ਸੰਘਰਸ਼ ਸ਼ੁਰੂ ਕੀਤਾ ਹੋਵੇਗਾ। ਫਿਰ ਮੈਂ ਭਗਤ ਸਿੰਘ ਨੂੰ ਦੇਖਦਾ ਕਿ ਇੱਕ ਤਾਂ ਉਹ ਪੰਜਾਬੀ ਸੀ, ਇੱਕ ਜਵਾਨ ਸੀ, ਅਤੇ ਖੂਨ ਓਬਵੀਅਸਲੀ ਉਹਦਾ ਬੜਾ ਗਰਮ ਸੀ। ਮੈਂ ਮੰਨਦਾ ਕਿ ਭਗਤ ਸਿੰਘ ਹੁਣਾਂ ਦਾ ਜੋ ਪੇਸ਼ੈਂਸ ਲੈਵਲ ਸੀ ਉਹ ਬੜਾ ਘੱਟ ਸੀ, ਉਹ ਬੜੇ ਇੰਪੇਸ਼ੈਂਟ ਸੀ। ਉਹ ਹਮੇਸ਼ਾ ਪ੍ਰੋਬਲਮ ਨੂੰ ਦੇਖਦੇ ਸੀ, ਉਹਦਾ ਸਲਿਊਸ਼ਨ ਉਸੇ ਟਾਈਮ ਚਾਹੀਦਾ, ਉਸੇ ਟਾਈਮ। ਇਸ ਲਈ ਉਹਨਾਂ ਨੂੰ ਅਹਿੰਸਾ ਦਾ ਰਾਹ ਜਾਂ ਨੌਨ ਵਾਇਲੈਂਸ ਜਾਂ ਗਾਂਧੀ ਦਾ ਰਾਹ ਪਸੰਦ ਨਹੀਂ ਸੀ। ਉਹਨਾਂ ਨੂੰ ਪਤਾ ਸੀ ਕਿ ਯਾਰ ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਵੇਸਟ ਹੋਏਗਾ, ਇੱਕ ਚੀਜ਼ ਨੂੰ ਜਾਂ ਇੱਕ ਇਸ਼ੂ ਨੂੰ ਰਿਜ਼ੋਲਵ ਕਰਦਿਆਂ ਬਹੁਤ ਜ਼ਿਆਦਾ ਟਾਈਮ ਲੱਗੇਗਾ, ਮੈਂ ਇੰਨਾ ਨਹੀਂ ਵੇਟ ਕਰ ਸਕਦਾ। ਇਹ ਅੰਡਰਸਟੈਂਡੇਬਲ ਹੈ ਕਿਉਂਕਿ ਕਾਫੀ ਯੰਗ ਸੀ ਭਗਤ ਸਿੰਘ ਅਤੇ ਸੀਗਾ ਪੰਜਾਬੀ। ਅਤੇ ਇਹਦੀ ਐਗਜ਼ਾਮਪਲ ਆਪਾਂ ਦੇਖ ਸਕਦੇ ਹਾਂ ਜਦੋਂ ਲਾਲਾ ਲਾਜਪਤ ਰਾਏ 'ਤੇ ਲਾਠੀ ਚਾਰਜ ਹੋਇਆ, ਅਤੇ ਭਗਤ ਸਿੰਘ ਨੂੰ ਬਿਲਕੁਲ ਹੀ ਪਸੰਦ ਨਹੀਂ ਆਇਆ ਕਿ ਯਾਰ ਲਾਠੀਆਂ ਨਾਲ ਮਾਰਤਾ ਲਾਲਾ ਲਾਜਪਤ ਰਾਏ ਨੂੰ। ਅਤੇ 1927 ਦੇ ਵਿੱਚ ਉਹਨਾਂ ਨੇ ਜੋ ਅਫਸਰ ਸੀ, ਆਈ ਥਿੰਕ ਸਕਾਟ ਅਫਸਰ, ਜਿਹਨੂੰ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਬਟ ਗਲਤੀ ਨਾਲ ਉਹਨਾਂ ਨੇ ਸਾਂਡਰਸ ਨੂੰ, ਇੱਕ 21 ਵਰ੍ਹਿਆਂ ਦਾ ਬ੍ਰਿਟਿਸ਼ ਅਫਸਰ, ਉਹਨੂੰ ਮਾਰਿਆ। ਅਤੇ ਉਸ ਤੋਂ ਬਾਅਦ ਫਿਰ ਜਦੋਂ ਫੜੇ ਗਏ ਅਤੇ ਇਸੇ ਕਤਲ ਦੇ ਕਾਰਨ ਉਹਨਾਂ ਨੂੰ ਫਾਂਸੀ ਵੀ ਮਿਲੀ। ਹੁਣ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੀ ਆਪਾਂ ਜੇ ਸਿਮਿਲੈਰਿਟੀ ਦੀ ਗੱਲ ਕਰੀਏ, ਦੋਵੇਂ ਹਿਊਮਨ ਰਾਈਟਸ ਦੇ ਹੱਕ 'ਚ ਲੜੇ, ਦੋਵੇਂ ਹੀ ਪੋਲੀਟਿਕਸ ਨੂੰ ਜੁਆਇਨ ਨਹੀਂ ਸੀ ਕਰਨਾ ਚਾਹੁੰਦੇ। ਕਿਉਂਕਿ ਪੋਲੀਟਿਕਸ ਦਾ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਗਾਂਧੀ ਜਦੋਂ ਆਪਾਂ ਨੂੰ ਆਜ਼ਾਦੀ ਵੀ ਮਿਲੀ, ਗਾਂਧੀ ਉਸ ਤੋਂ ਬਾਅਦ ਵੀ ਖੁਸ਼ ਨਹੀਂ ਸੀ, ਕਿਉਂਕਿ ਆਜ਼ਾਦੀ ਤੋਂ ਬਾਅਦ ਫਿਰ ਇੱਕ ਹੋਰ ਪਾੜ, ਧਰਮਾਂ ਦੇ ਪਾੜ ਪੈਣੇ ਸ਼ੁਰੂ ਹੋ ਗਏ। ਅਤੇ ਜੇ ਤੁਸੀਂ ਮੂਵੀ ਅਵੈਂਜਰਸ ਦੇਖੀ ਹੋਏਗੀ, ਇੱਕ ਉਹ 'ਚ ਕੈਪਟਨ ਅਮੈਰੀਕਾ, ਇੱਕ ਉਹ 'ਚ ਹਲਕ, ਅਤੇ ਗਾਂਧੀ ਮੈਂ ਦੇਖਦਾ ਕਿ ਕੈਪਟਨ ਅਮੈਰੀਕਾ ਪਹਿਲੋਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦਾ ਪੀਸਫੁਲੀ, ਰਾਈਟ, ਅਤੇ ਭਗਤ ਸਿੰਘ ਨੂੰ ਮੈਂ ਦੇਖਦਾ ਹਲਕ, ਆਲਵੇਜ਼ ਸਮੈਸ਼ਿੰਗ, ਰਾਈਟ। ਦੋਵਾਂ ਦਾ ਗੋਲ ਇੱਕ ਹੀ ਸੀ, ਬਟ ਤਰੀਕੇ ਉਹਨਾਂ ਦੇ ਅਲੱਗ-ਅਲੱਗ ਸੀ। ਅਤੇ ਹੁਣ ਜੇ ਮੈਂ ਅਗਲਾ ਪੁਆਇੰਟ ਰੱਖਾਂ ਕਿ ਭਗਤ ਸਿੰਘ ਨੂੰ ਫਾਂਸੀ ਤੋਂ ਕਿਉਂ ਨਹੀਂ ਬਚਾਇਆ ਗਿਆ, ਮਹਾਤਮਾ ਗਾਂਧੀ ਨੇ ਫਾਂਸੀ ਤੋਂ ਕਿਉਂ ਨਹੀਂ ਬਚਾਇਆ, ਇੱਥੇ ਮੈਂ ਪਹਿਲਾਂ ਸਟੋਰੀ ਮੈਂ ਇੱਕ ਸੋਚ ਰਿਹਾ ਸੀ ਕਿ ਇਹ ਚੀਜ਼ ਨੂੰ ਮੈਂ ਕਿੱਦਾਂ ਸਮਝਾਵਾਂ। ਸੋਚੋ ਇੱਕ ਰਾਜਾ ਹੈ ਅਤੇ ਦੋ ਜਾਣੇ ਇੱਕ ਕ੍ਰਾਈਮ ਕਮਿਟ ਕਰਦੇ ਨੇ, ਇੱਕ ਰਾਜੇ ਦਾ ਮੁੰਡਾ ਅਤੇ ਇੱਕ ਆਮ ਨਾਗਰਿਕ, ਦੋਵੇਂ ਸੇਮ ਕ੍ਰਾਈਮ ਕਮਿਟ ਕਰਦੇ ਨੇ, ਅਤੇ ਕੀ ਰਾਜਾ ਆਪਣੇ ਮੁੰਡੇ ਨੂੰ ਘੱਟ ਸਜ਼ਾ ਦੇਵੇਗਾ ਜਾਂ ਸੇਮ ਹੀ ਸਜ਼ਾ ਦੇਵੇਗਾ? ਜੇ ਤਾਂ ਰਾਜਾ ਸਿਆਣਾ ਹੈ ਫਿਰ ਤਾਂ ਆਪਣੇ ਮੁੰਡੇ ਨੂੰ ਸੇਮ ਹੀ ਸਜ਼ਾ ਦੇਵੇਗਾ ਜੋ ਇੱਕ ਆਮ ਸਿਟੀਜ਼ਨ ਨੂੰ ਦਿੱਤੀ ਜਾਵੇਗੀ, ਅਤੇ ਜੇ ਰਾਜਾ ਪੱਖਪਾਤ ਕਰਦਾ ਹੈ, ਬਾਇਸਡ, ਅਤੇ ਉਹ ਆਪਣੇ ਮੁੰਡੇ ਨੂੰ ਬਚਾਏਗਾ। ਅਤੇ ਉੱਦਾਂ ਹੀ ਜਦੋਂ ਇਹ ਸਿਚੁਏਸ਼ਨ ਆਉਂਦੀ ਹੈ ਭਗਤ ਸਿੰਘ ਨੂੰ ਫਾਂਸੀ ਤੋਂ ਬਚਾਉਣ ਵਾਸਤੇ, ਗਾਂਧੀ ਦੀ ਸ਼ੁਰੂ ਤੋਂ ਆਈਡੀਓਲੋਜੀ ਸੀ ਪੀਸ, ਨੌਨ ਵਾਇਲੈਂਸ। ਉਹਨੇ ਕਾਫੀ ਆਪਣੇ ਫੋਲੋਅਰਸ ਨੂੰ ਲੂਜ਼ ਕੀਤਾ ਸੰਘਰਸ਼ ਦੇ ਵਿੱਚ। ਸਾਰੀ ਲਾਈਫ ਉਹਨਾਂ ਨੇ ਨੌਨ ਵਾਇਲੈਂਸ ਦਾ ਡਰਮ ਬੀਟ ਕੀਤਾ।
ਹੁਣ ਜਦੋਂ ਉਹਨਾਂ ਕੋਲ ਆਪਸ਼ਨ ਸੀ ਭਗਤ ਸਿੰਘ ਨੂੰ ਬਚਾਉਣ ਦੀ, ਜੇ ਉਹਨਾਂ ਕੋਲ ਆਪਸ਼ਨ ਸੀ ਤਾਂ ਕੀ ਉਹ ਭਗਤ ਸਿੰਘ ਨੂੰ ਬਚਾਉਂਦੇ? ਭਗਤ ਸਿੰਘ ਨੇ ਕਿਸੇ ਨੂੰ ਮਾਰਿਆ ਸੀ, ਵਾਇਲੈਂਟ ਐਕਟ ਕਮਿਟ ਕੀਤਾ ਸੀ। ਜੇ ਇੱਕ ਫੇਮਸ ਬੰਦੇ ਦੇ ਜੇਲ੍ਹ 'ਚ ਜਾਣ ਨਾਲ ਉਹ ਆਪਣਾ ਡਿਸੀਜਨ ਚੇਂਜ ਕਰਦੇ ਗਾਂਧੀ ਅਤੇ ਉਹਨੂੰ ਬਚਾਉਂਦੇ, ਕੀ ਉਹ ਹਿਪੋਕਰੇਟ ਨਹੀਂ ਹੁੰਦੇ? ਕਿ ਆਪਾਂ ਉਹਨਾਂ ਨੂੰ ਦੋਗਲੇ ਨਹੀਂ ਕਹਿੰਦੇ? ਅਤੇ ਉੱਥੇ ਆਈ ਕਾਇੰਡ ਆਫ ਸੀ ਦ ਪੁਆਇੰਟ ਆਫ ਗਾਂਧੀ। ਮੈਂ ਦੇਖ ਸਕਦਾ ਕਿ ਉਸ ਟਾਈਮ ਕੀ ਸਿਚੁਏਸ਼ਨ ਰਹੀ ਹੋਵੇਗੀ ਮਹਾਤਮਾ ਗਾਂਧੀ। ਅਤੇ ਆਪਾਂ ਹਮੇਸ਼ਾ ਬਲੇਮ ਕਰਦੇ ਹਾਂ ਗਾਂਧੀ ਨੂੰ ਕਿ ਭਗਤ ਸਿੰਘ ਨੂੰ ਉਹਨੇ ਮਰਵਾ ਦਿੱਤਾ, ਬਟ ਗਾਂਧੀ ਦੇ ਕਾਰਨ ਭਗਤ ਸਿੰਘ ਨਹੀਂ ਸੀ ਮਰਿਆ। ਪਹਿਲਾਂ ਕਿ ਉਹ ਜਦੋਂ ਗ੍ਰਿਫਤਾਰ ਹੋਇਆ, ਉਹਨਾਂ ਦੇ ਆਪਣੇ ਫਰੈਂਡਸ, ਭਗਤ ਸਿੰਘ ਦੇ ਆਪਣੇ ਫਰੈਂਡਸ ਨੇ ਉਹਨਾਂ ਦੇ ਅਗੇਂਸਟ ਟੈਸਟੀਫਾਈ ਕੀਤਾ, ਗਵਾਹੀ ਦਿੱਤੀ। ਅਤੇ ਆਪਾਂ ਕਦੀ ਵੀ ਉਹ ਫਰੈਂਡਸ ਦੀ ਜਾਂ ਕ੍ਰਾਂਤੀਕਾਰੀਆਂ ਦੀ ਗੱਲ ਨਹੀਂ ਕਰਦੇ, ਕਿਉਂਕਿ ਪੋਲੀਟੀਕਲੀ ਇਹਦੇ ਵਿੱਚ ਕੋਈ ਜ਼ਿਆਦਾ ਐਡਵਾਂਟੇਜ ਨਹੀਂ ਹੈ। ਗਾਂਧੀ ਦੇ ਵਿਰੁੱਧ ਬੋਲਣਾ ਜ਼ਿਆਦਾ ਪੋਲੀਟੀਕਲੀ ਐਡਵਾਂਟੇਜ ਮਿਲਦੀ ਹੈ ਲੋਕਾਂ ਨੂੰ। ਅਤੇ ਹੁਣ ਫਾਈਨਲ ਪੁਆਇੰਟ, ਭਗਤ ਸਿੰਘ ਕਰੰਸੀ 'ਤੇ ਕਿਉਂ ਨਹੀਂ ਹੈ? ਭਗਤ ਸਿੰਘ ਪਿੱਛੇ ਸਿੰਘ ਲੱਗਦਾ ਅਤੇ ਜ਼ਿਆਦਾਤਰ ਪੰਜਾਬੀ ਹੀ ਇਹਦੀ ਡਿਮਾਂਡ ਕਰਦੇ ਨੇ ਕਿ ਭਗਤ ਸਿੰਘ ਕਰੰਸੀ 'ਤੇ ਹੋਣਾ ਚਾਹੀਦਾ ਸੀ। ਜੇ ਤੁਸੀਂ ਕਮਿਊਨਿਟੀ ਦੇ ਬੇਸ 'ਤੇ ਭਗਤ ਸਿੰਘ ਨੂੰ ਚੂਜ਼ ਕਰ ਰਹੇ ਹੋ ਅਤੇ ਬਿਲਕੁਲ ਗਲਤ ਹੋਏਗਾ, ਕਿਉਂਕਿ ਭਗਤ ਸਿੰਘ ਹੀ ਨਹੀਂ, ਹੋਰ ਵੀ ਬੜੇ ਜ਼ਿਆਦਾ ਸਟੇਟਾਂ ਦੇ ਫਰੀਡਮ ਫਾਈਟਰਸ ਨੇ ਆਪਣੀ ਕੰਟਰੀਬਿਊਸ਼ਨ ਦਿੱਤੀ ਆਜ਼ਾਦੀ ਦੇ ਵਿੱਚ। ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ, ਝਾਂਸੀ ਦੀ ਰਾਣੀ ਹੋ ਗਈ, ਸੁਖਦੇਵ ਹੋ ਗਿਆ, ਬਟੁਕੇਸ਼ਵਰ ਦੱਤ ਹੋ ਗਿਆ, ਮੰਗਲ ਪਾਂਡੇ ਹੋ ਗਿਆ, ਉਹਨਾਂ ਦੀ ਆਪਾਂ ਗੱਲ ਕਿਉਂ ਨਹੀਂ ਕਰਦੇ? ਅਤੇ ਇਸ ਲਈ ਮੈਂ ਮੰਨਦਾ ਕਿ ਕਮਿਊਨਿਟੀ ਦੇ ਬੇਸ 'ਤੇ ਜਾਂ ਉਹ ਸਿਰਫ ਪੰਜਾਬੀ ਹੈ ਅਤੇ ਆਪਾਂ ਵੀ ਪੰਜਾਬੀ ਹਾਂ, ਆਈ ਥਿੰਕ ਆਪਾਂ ਥੋੜ੍ਹੇ ਜਿਹੇ ਬਾਇਸਡ ਹਾਂ ਕਿ ਭਗਤ ਸਿੰਘ ਨੂੰ ਅੱਗੇ ਆਉਣਾ ਚਾਹੀਦਾ ਅਤੇ ਆਪਾਂ ਤਾਂ ਭਗਤ ਸਿੰਘ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਮੈਨੂੰ ਚਾਂਸ ਮਿਲਦਾ ਕਿ ਤੂੰ ਇੱਕ ਫਿਗਰ ਚੂਜ਼ ਕਰਨੀ ਹੈ, ਇੱਕ ਬੰਦੇ ਨੂੰ ਚੂਜ਼ ਕਰਨਾ ਨੋਟ 'ਤੇ ਛਾਪਣ ਵਾਸਤੇ, ਅਤੇ ਸਭ ਤੋਂ ਪਹਿਲੋਂ ਆਪਣੀ ਮੈਂ ਪੰਜਾਬੀਅਤ ਨੂੰ ਸਾਈਡ 'ਤੇ ਰੱਖੂੰਗਾ, ਮੈਂ ਆਪਣੀ ਇੰਡੀਅਨ ਸਾਈਡ ਅੱਗੇ ਰੱਖੂੰਗਾ, ਅਤੇ ਮੈਂ ਕੋਸ਼ਿਸ਼ ਕਰੂੰਗਾ ਦੇਖਣ ਦੀ ਕਿ ਕਿਹੜੇ ਬੰਦੇ ਦੀ ਕੰਟਰੀਬਿਊਸ਼ਨ ਆਜ਼ਾਦੀ ਦੇ ਵਿੱਚ ਜ਼ਿਆਦਾ ਰਹੀ। ਕੁਆਲਿਟੀ ਐਂਡ ਕੁਆਂਟਿਟੀ ਆਫ ਕੰਟਰੀਬਿਊਸ਼ਨ। ਅਤੇ ਮੈਂ ਮੰਨਦਾ ਕਿ ਗਾਂਧੀ ਨੇ ਸਿਰਫ ਫਰੀਡਮ ਦੇ ਵਿੱਚ ਹੀ ਕੰਟਰੀਬਿਊਟ ਨਹੀਂ ਕੀਤਾ, ਉਹਨੇ ਪਾਵਰਟੀ ਦੇ ਅਗੇਂਸਟ, ਹਿਊਮਨ ਰਾਈਟਸ ਦੇ ਅਗੇਂਸਟ, ਕਾਸਟ ਸਿਸਟਮ ਦੇ ਅਗੇਂਸਟ ਵੀ ਬਹੁਤ ਜ਼ਿਆਦਾ ਕੰਮ ਕੀਤਾ। ਸਿਰਫ ਇੰਡੀਆ ਦੇ ਵਿੱਚ ਹੀ ਨਹੀਂ, ਇੰਡੀਆ ਤੋਂ ਬਾਹਰ ਵੀ। ਤੁਸੀਂ ਜੇ ਮਾਰਟਿਨ ਲੂਥਰ ਕਿੰਗ, ਨੈਲਸਨ ਮੰਡੇਲਾ ਦਾ ਨਾਮ ਸੁਣਿਆ ਹੋਏਗਾ, ਅਮਰੀਕਾ ਵਿੱਚ ਅਤੇ ਸਾਊਥ ਅਫਰੀਕਾ ਦੇ ਵਿੱਚ। ਗਾਂਧੀ ਉਹਨਾਂ ਵਾਸਤੇ ਵੀ, ਉਹ ਦੋ ਮਹਾਨ ਹਸਤੀਆਂ ਵਾਸਤੇ ਵੀ ਇੰਸਪੀਰੇਸ਼ਨ ਸੀ। ਅਤੇ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ, ਇੰਡੀਆ ਤੋਂ ਬਾਹਰ ਵੀ 350 ਸਟੈਂਪਸ ਲਾਗੂ ਕੀਤੀਆਂ ਗਈਆਂ ਗਾਂਧੀ ਦੇ ਨਾਮ ਦੀਆਂ, ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ। ਅਤੇ ਕੁਛ ਕੰਟਰੀਆਂ ਦੀ ਜੇ ਮੈਂ ਗੱਲ ਕਰਾਂ, ਜਿੱਦਾਂ ਨਿਊਜ਼ੀਲੈਂਡ ਹੋ ਗਿਆ ਜਾਂ ਅਮਰੀਕਾ ਹੋ ਗਿਆ, ਉਹਨਾਂ ਦੇ ਨੋਟਾਂ ਦੇ ਉੱਤੇ ਇੱਕ ਤੋਂ ਜ਼ਿਆਦਾ ਫਿਗਰਸ ਨੇ, ਇੱਕ ਤੋਂ ਜ਼ਿਆਦਾ ਪਰਸਨੈਲਿਟੀਜ਼ ਨੇ। ਅਤੇ ਜੇ ਫਿਊਚਰ ਦੇ ਵਿੱਚ 30 ਜਾਂ 40 ਸਾਲਾਂ ਤੋਂ ਬਾਅਦ ਇੰਡੀਆ ਡਿਸਾਈਡ ਕਰਦਾ ਕਿ ਕਰੰਸੀ ਨੂੰ ਚੇਂਜ ਕਰਨਾ ਚਾਹੀਦਾ, ਗਾਂਧੀ ਦੇ ਨਾਲ ਹੋਰ ਵੀ ਲੋਕ ਨੋਟ 'ਤੇ ਆਉਣੇ ਚਾਹੀਦੇ ਨੇ, ਅਤੇ ਜਾਂ ਭਗਤ ਸਿੰਘ ਨੂੰ ਕੰਸੀਡਰ ਕਰਨਾ ਚਾਹੀਦਾ। ਭਗਤ ਸਿੰਘ ਦੇ ਨਾਲ ਨਾਲ ਹੋਰ ਵੀ ਕਈ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੂੰ ਕੰਸੀਡਰ ਕਰਨਾ ਚਾਹੀਦਾ। ਅਤੇ ਜਿੱਦਾਂ ਮੈਂ ਕਿਹਾ ਕਿ ਜੇ ਇੱਕ ਫਿਗਰ ਨੂੰ ਚੂਜ਼ ਕਰਨਾ ਪਵੇ ਤਾਂ ਯੈਸ, ਗਾਂਧੀ ਜਾਂ ਮਹਾਤਮਾ ਗਾਂਧੀ ਡਜ਼ ਮੇਕ ਸੈਂਸ। ਇਹ ਸੀ ਅੱਜ ਦਾ ਐਪੀਸੋਡ। ਆਈ ਹੋਪ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ। ਸ਼ੇਅਰ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ। ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਹਾਂਗੇ। ਹੁਣ ਮਿਲਦੇ ਹਾਂ ਆਪਾਂ ਅਗਲੇ ਐਪੀਸੋਡ 'ਚ। ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਮੇਰਾ ਗਗਨਦੀਪ ਸਿੰਘ। ਸਤਿ ਸ਼੍ਰੀ ਅਕਾਲ।